नौजवान विदेशों का रुख कर चुका है। सरकारां अपने लाहे देख रही ने, सोशल मीडिया ते अपने तरीके दे नाल कब्जा हो रहा हैगा। ਇਹ ਨਜ਼ਰ ਕੀ ਆ ਰਿਹਾ ਸੀ, ਕਿੰਨਾ ਹਾਲਾਤਾਂ ਦੇ ਵਿੱਚ ਪਹੁੰਚ ਚੁੱਕੇ ਆ, ਆਜ਼ਾਦੀ ਦੀ ਗੱਲ ਕਿਸ ਤਰੀਕੇ ਨਾਲ ਹੋ ਰਹੀ ਸੀ ਤੇ ਕੀ ਅਸੀਂ ਇਸ ਆਜ਼ਾਦੀ ਨੂੰ ਮਾਣ ਰਹੇ ਹਾਂ। ਉਹਨਾਂ ਦਾ ਤਾਂ ਕਲੀਅਰ ਕੱਟ ਇਹ ਸੀ ਕਿ ਆਜ਼ਾਦੀ ਦਾ ਮਤਲਬ ਸੱਤਾ ਦਾ ਪਰਿਵਰਤਨ ਨਹੀਂ ਹੈ ਕਿ ਕੇਵਲ ਉੱਥੋਂ ਕਿਸੇ ਹੋਰ ਦੇ ਹੱਥ ਸੱਤਾ ਚਲੀ ਜਾਏ। ਪਰ ਜਦ ਅੱਜ ਅਸੀਂ ਦੇਖ ਰਹੇ ਗੈਰ ਬਰਾਬਰੀ ਦਾ ਪਾੜਾ ਪਹਿਲਾਂ ਕਿਸੇ ਵੀ ਹੱਦ ਨਾਲੋਂ ਵੱਧ ਰਿਹਾ ਔਰ ਜਿੱਥੇ ਅਡਾਨੀ ਅੰਬਾਨੀ ਸਾਰੇ ਲੋਕ ਇੱਕ ਪਾਸੇ ਦਿਖਾਈ ਦੇ ਰਹੇ ਨੇ, ਮਤਲਬ ਕਰੋੜਪਤੀ, ਤੇ ਦੂਜੇ ਪਾਸੇ ਬੇਰੁਜ਼ਗਾਰ ਬਿਲਕੁਲ 80 ਕਰੋੜ ਲੋਕ ਦੇਸ਼ ਦੇ। ਤੇ ਕਾਨੂੰਨ ਦਾ ਰਾਜ ਕਿੱਥੇ ਆ? ਅੰਗਰੇਜ਼ ਨੇ ਵੀ ਘੱਟੋ ਘੱਟ ਭਗਤ ਸਿੰਘ, ਰਾਜਗੁਰੂ ਸੁਖਦੇਵ ਤੇ ਮੁਕੱਦਮਾ ਚਲਾਇਆ। ਸਾਡੇ ਤਾਂ ਸੈਂਕੜੇ ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਇਦੋਂ ਪਹਿਲਾਂ ਮਾਰੇ ਜਾ ਚੁੱਕੇ ਨੇ, ਕੋਈ ਜਾਂਚ ਨਹੀਂ, ਕੋਈ ਟਰੁੱਥ ਕਮਿਸ਼ਨ ਨਹੀਂ। ਇਸੇ ਕਰਕੇ ਜਿਹੜਾ ਇੱਕ ਨਾਗਰਿਕ ਦਾ ਗੱਲ ਹੈ, ਜਿਵੇਂ ਭਗਤ ਸਿੰਘ ਪ੍ਰਭਾਵਿਤ ਸੀ ਕਰਤਾਰ ਸਿੰਘ ਸਰਾਭੇ ਹੋਣਾ ਤੋਂ ਜਾਂ ਬਾਕੀਆਂ ਤੋਂ। ਕਿਉਂ? ਕਿਉਂਕਿ 8000 ਗਦਰੀ ਆਇਆ ਸੀ ਉੱਥੇ ਹੀ ਅਮਰੀਕਾ 'ਚ, ਕੈਨੇਡਾ, ਇੰਗਲੈਂਡ 'ਚ ਇੱਧਰ ਉੱਧਰ ਕੰਮ ਕਰਦਾ ਹੋਇਆ ਕਿ ਇਹੋ ਜਿਹਾ ਰਾਜ ਪ੍ਰਬੰਧ ਅਸੀਂ ਆਪਣੇ ਕਿਉਂ ਨਹੀਂ ਬਣਾ ਸਕਦੇ। सत श्री अकाल दोस्तों, इस वक्त तुहाडा अपना दोस्त हरदीप सिंह भोगल। आज़ादी के मायने की है ने साडे, ये सानू समझना पवेगा। साडे बहुत सारे शहीदां ने देश की आज़ादी के लिए कुर्बानियां कीतियां, उन्हां कुर्बानियां दा की असी मुल पा सके या जां नहीं मुल पा सके, ये चीज़ बेहद समझण वाली है कि असी जिन्हां हालातां दे विच पहुंचे हुए हैं, साडा नौजवान साडे खिते दे विच रहना नहीं चाहुंदा जिस खिते की आज़ादी के लिए इन्नियां कुर्बानियां होईयां होण। उचेचे तौर पर साडे नाल सीनियर पत्रकार हमीर सिंह जी ने उचेचे तौर पर शहीद भगत सिंह की इस अजायब घर दे विच पहुंचे ने, क्योंकि अज 23 मार्च का दिहाड़ा असीं शहीद भगत सिंह, शहीद राजगुरू, शहीद सुखदेव जी नूं याद कर रहे हैं। पर नाल दी नाल याद करना इस करके भी बनता कि उन्हां दीयां कुर्बानियां क्यों होईयां सीगीआं। हमीर जी, नौजवान विदेशों का रुख कर चुका है, सरकारां अपने लाहे देख रही ने, सोशल मीडिया ते अपने तरीके दे नाल कब्जा हो रहा हैगा। ਇਹ ਨਜ਼ਰ ਕੀ ਆ ਰਿਹਾ ਸੀ, ਕਿੰਨਾ ਹਾਲਾਤਾਂ ਦੇ ਵਿੱਚ ਪਹੁੰਚ ਚੁੱਕੇ ਆ, ਆਜ਼ਾਦੀ ਦੀ ਗੱਲ ਕਿਸ ਤਰੀਕੇ ਨਾਲ ਹੋ ਰਹੀ ਸੀ ਤੇ ਕੀ ਅਸੀਂ ਇਸ ਆਜ਼ਾਦੀ ਨੂੰ ਮਾਣ ਰਹੇ ਹਾਂ। ਬਿਲਕੁਲ, ਖਾਸ ਤੌਰ ਤੇ ਜਦੋਂ ਅਸੀਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਜਾਂ ਉਸ ਸਟਰੀਮ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਉਹਨਾਂ ਦਾ ਤਾਂ ਕਲੀਅਰ ਕੱਟ ਇਹ ਸੀ ਕਿ ਆਜ਼ਾਦੀ ਦਾ ਮਤਲਬ ਸੱਤਾ ਦਾ ਪਰਿਵਰਤਨ ਨਹੀਂ ਹੈ ਕਿ ਕੇਵਲ ਉੱਥੋਂ ਕਿਸੇ ਹੋਰ ਦੇ ਹੱਥ ਸੱਤਾ ਚਲੀ ਜਾਏ। ਆਜ਼ਾਦੀ ਦਾ ਮਤਲਬ ਹੈ ਕਿ ਇੱਥੇ ਇਹੋ ਜਿਹਾ ਇੱਕ ਰਾਜ ਪ੍ਰਬੰਧ ਹੋਵੇ ਜਿੱਥੇ ਲੋਕਾਂ ਦੀ ਭੁਗਤ ਹੋਵੇ, ਗੈਰ ਬਰਾਬਰੀ ਹਰ ਕਿਸਮ ਦੀ ਦੂਰ ਹੋਵੇ, ਕਿਸੇ ਵੀ ਕਿਸਮ ਦੀ। ਪਰ ਜਦ ਅੱਜ ਅਸੀਂ ਦੇਖ ਰਹੇ ਗੈਰ ਬਰਾਬਰੀ ਦਾ ਪਾੜਾ ਪਹਿਲਾਂ ਕਿਸੇ ਵੀ ਹੱਦ ਨਾਲੋਂ ਵੱਧ ਰਿਹਾ ਔਰ ਜਿੱਥੇ ਅਡਾਨੀ ਅੰਬਾਨੀ ਸਾਰੇ ਲੋਕ ਇੱਕ ਪਾਸੇ ਦਿਖਾਈ ਦੇ ਰਹੇ ਨੇ, ਮਤਲਬ ਕਰੋੜਪਤੀ, ਤੇ ਦੂਜੇ ਪਾਸੇ ਬੇਰੁਜ਼ਗਾਰ ਬਿਲਕੁਲ 80 ਕਰੋੜ ਲੋਕ ਦੇਸ਼ ਦੇ ਰੋਜੀ ਰੋਟੀ ਜੋਗੇ ਵੀ ਆਜ਼ਾਦੀ ਦੇ 75 ਸਾਲਾਂ ਬਾਅਦ ਨਹੀਂ ਹੋਏ। ਮੁਫਤ ਆਟਾ ਦੇਣਾ ਹੀ ਪੈਣਾ ਤੁਹਾਨੂੰ ਕਿਉਂਕਿ ਤੁਸੀਂ ਇੰਨੇ ਜੋਗੇ ਬੰਦੇ ਨਹੀਂ ਕੀਤੇ। ਔਰ ਫਿਰ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਸਾਡੇ ਹੈ। ਕਾਨੂੰਨ ਦਾ ਰਾਜ ਜਿਹੜਾ ਕਹਿੰਦੇ ਸੀ ਵੀ ਉਹ ਤਾਂ ਅੰਗਰੇਜ਼ ਦਾ ਰਾਜ ਹੈ ਜੀ, ਤੇ ਕਾਨੂੰਨ ਦਾ ਰਾਜ ਕਿੱਥੇ ਆ? ਅੰਗਰੇਜ਼ ਨੇ ਵੀ ਘੱਟੋ ਘੱਟ ਭਗਤ ਸਿੰਘ, ਰਾਜਗੁਰੂ ਸੁਖਦੇਵ ਤੇ ਮੁਕੱਦਮਾ ਚਲਾਇਆ। ਮੁਕੱਦਮਾ ਚਲਾ ਕੇ ਝੂਠਾ ਮੂਠਾ ਜੋ ਵੀ ਸੀ ਇੱਕ ਜੱਜ ਤੋਂ ਜੱਜਮੈਂਟ ਦਵਾਈ। ਸਾਡੇ ਤਾਂ ਸੈਂਕੜੇ ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਇਦੋਂ ਪਹਿਲਾਂ ਮਾਰੇ ਜਾ ਚੁੱਕੇ ਨੇ, ਕੋਈ ਜਾਂਚ ਨਹੀਂ, ਕੋਈ ਟਰੁੱਥ ਕਮਿਸ਼ਨ ਨਹੀਂ, ਕੋਈ ਕਿਸੇ ਮਾਮਲੇ 'ਚ ਨਹੀਂ। ਅਸੀਂ ਤਾਂ ਮਤਲਬ ਰੂਲ ਆਫ ਲਾ ਤੋਂ ਵੀ ਦੂਰ ਭੱਜ ਗਏ ਹਾਂ ਜਿਹੜਾ ਆਪਣੇ। ਹਾਲਾਂਕਿ ਕਾਨੂੰਨ ਵੀ ਕਈ ਇਹੋ ਜਿਹੇ ਨੇ ਜਿਹੜੇ ਸੰਵਿਧਾਨ ਦੀ ਜਾਂ ਜਿਹੜੀ ਡੈਮੋਕ੍ਰੇਟਿਕ ਕੰਟਰੀ 'ਚ ਨੇ ਉਹਨਾਂ ਦੀ ਸਪਿਰਿਟ ਨਾਲ ਮੈਚ ਨਹੀਂ ਕਰਦੇ। ਚਾਹੇ ਉਹ ਮੀਸਾ ਹੋਵੇ, NSA ਹੋਵੇ, ਜਿਹੋ ਜਿਹੇ ਵੀ ਪੋਟਾ ਨੋਟਾ ਜਿੰਨੇ ਵੀ ਜੁਆਪਾ ਹੋਵੇ ਆਏ ਸੀ ਜਿਹੜੇ ਕਾਨੂੰਨ, ਉਹ ਸਾਰੇ ਉਸ ਦੀ ਸਪਿਰਿਟ ਨਾਲ ਮੈਚ ਨਹੀਂ ਕਰਦੇ। ਪਰ ਜਿਹੋ ਜਿਹੇ ਕਾਨੂੰਨ ਹੈ ਉਹ ਤਾਂ ਰੂਲ ਆਫ ਲਾ ਦੀ ਗੱਲ ਕਰੋ ਨਾ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਹੜੇ ਦੂਜੇ ਵੀ ਨੇ। ਇਸੇ ਕਰਕੇ ਜਿਹੜਾ ਇੱਕ ਨਾਗਰਿਕ ਦਾ ਗੱਲ ਹੈ, ਜਿਵੇਂ ਭਗਤ ਸਿੰਘ ਪ੍ਰਭਾਵਿਤ ਸੀ ਕਰਤਾਰ ਸਿੰਘ ਸਰਾਭੇ ਹੋਣਾ ਤੋਂ ਜਾਂ ਬਾਕੀਆਂ ਤੋਂ। ਕਿਉਂ? ਕਿਉਂਕਿ 8000 ਗਦਰੀ ਆਇਆ ਸੀ ਉੱਥੇ ਹੀ ਅਮਰੀਕਾ 'ਚ, ਕੈਨੇਡਾ, ਇੰਗਲੈਂਡ 'ਚ ਇੱਧਰ ਉੱਧਰ ਕੰਮ ਕਰਦਾ ਹੋਇਆ ਕਿ ਇਹੋ ਜਿਹਾ ਰਾਜ ਪ੍ਰਬੰਧ ਅਸੀਂ ਆਪਣੇ ਕਿਉਂ ਨਹੀਂ ਬਣਾ ਸਕਦੇ। ਤਾਂ ਉਹ ਗਦਰ ਦੀ ਗੂੰਜ ਅਖਬਾਰ ਕੱਢ ਕੇ ਉਦੋਂ ਬਾਅਦ ਇੱਥੇ ਆਏ, ਇਸ ਧਰਤੀ ਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਬਹੁਤ ਵੱਡੀਆਂ। ਉਦੋਂ ਬਾਅਦ ਲੜੀ ਚੱਲੀ ਭਗਤ ਸਿੰਘ ਉਹਨਾਂ ਦੀਆਂ ਕੁਰਬਾਨੀਆਂ ਦਾ ਸਵਾਲ ਹੈ। ਤਾਂ ਅੱਜ ਅਸੀਂ ਇੱਥੇ ਆ ਕੇ ਖੜੇ ਹੋ ਗਏ ਕਿ ਭਗਤ ਸਿੰਘ ਤਾਂ ਜੇਕਰ ਅਸੀਂ ਉਹਦਾ ਦੇਖੀਏ ਲਾਸਟ ਦਿਨਾਂ ਦੇ ਵਿੱਚ ਵੀ ਉਹਨੇ ਇੰਨੀਆਂ ਕਿਤਾਬਾਂ ਕਾਲੀਆਂ ਕੀਤੀਆਂ ਹੋਈਆਂ ਸੀ, ਪੜ੍ਹ ਨੋਟ ਲਿਖੇ ਪਏ ਨੇ ਉਹਦੇ ਤੇ, ਅੱਜ ਵੀ ਸਾਰੇ ਮਿਲਦੇ ਨੇ ਸ਼ਹੀਦ ਭਗਤ ਸਿੰਘ ਤੇ ਉਹਦੇ ਸਾਥੀਆਂ ਦੀਆਂ ਹੱਥ ਲਿਖਤਾਂ ਜਿਹੜੀਆਂ ਜਾਂ ਲਿਖਤਾਂ ਦੇ ਤੌਰ ਦੇ ਉੱਤੇ। ਔਰ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਉਸ ਸਮੇਂ ਦੇ ਸਮਕਾਲੀ ਹਰ ਮੁੱਦੇ ਤੇ ਆਪਣੀ ਕਲਮ ਚਲਾਈ। ਅੱਜ ਅਸੀਂ ਬੌਧਿਕ ਕੰਗਾਲੀ ਵੱਲ ਚੱਲ ਰਹੇ ਹਾਂ। ਸਾਡੇ ਕੋਲ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕਿਸ ਲੈਵਲ ਦਾ ਯੂਥ ਦਿਖਾਈ ਦੇ ਰਿਹਾ, ਉਹਦਾ ਸੋਸ਼ਲ ਮੀਡੀਆ ਤੇ ਅਸੀਂ ਇੱਕ ਜੇ ਆਪਣਾ
ਖੁਦ ਹੀ ਐਨਾਲਿਸਿਸ ਕਰਨਾ ਹੋਵੇ ਦੇਖਿਆ ਜਾ ਸਕਦਾ ਹੈ। ਕੋਈ ਬੰਦਾ ਚੱਜ ਦੀ ਗੱਲ ਕਰੇ ਜਿਹੋ ਜਿਹੀ ਉਹਦਾ ਟ੍ਰੋਲਿੰਗ ਦਾ ਜੋ ਸਿਸਟਮ ਹੁੰਦਾ ਹੇਠਾਂ ਜੋ ਵੀ ਗਾਲੀ ਗਲੋਚ ਜਿਹੋ ਜਿਹੀ ਭਾਸ਼ਾ ਵਰਤਦੇ ਆ, ਇਹ ਤੋਂ ਸਾਡਾ ਇੱਕ ਅੰਦਾਜ਼ਾ ਹੁੰਦਾ ਕਿ ਅਸੀਂ ਡਿਬੇਟ ਅਸੀਂ ਡਾਇਲੌਗ ਦੇ ਵਿੱਚ ਕਿਵੇਂ ਪੈ ਰਹੇ ਹਾਂ। ਇਸ ਕਰਕੇ ਇਹ ਬਹੁਤ ਬੜਾ ਕੁਐਸਚਨ ਹੈ। ਕਿਸਾਨ ਮਜ਼ਦੂਰ ਜਿਹਦੇ ਲਈ ਉਹਨਾਂ ਨੇ ਲੜਾਈ ਲੜੀ ਉਹ ਕਰਜ਼ੇ ਕਰਕੇ ਖੁਦਕੁਸ਼ੀ ਕਰ ਰਿਹਾ। ਨੌਜਵਾਨਾਂ ਦਾ ਇੱਕ ਹਿੱਸਾ ਨਸ਼ੇ 'ਚ ਮਤਲਬ ਦੀ ਦਲਦਲ ਦੇ ਵਿੱਚ ਫਸਿਆ ਪਿਆ ਪੂਰਾ ਡਿਜ਼ਾਈਨ ਦੇ ਤੌਰ ਤੇ, ਔਰ ਅੱਧਾ ਜਬਰੀ ਪ੍ਰਵਾਸ ਦੇ ਰੂਪ 'ਚ ਇੱਥੋਂ ਭੱਜ ਜਾਣਾ ਚਾਹੁੰਦਾ। ਇਹ ਧਰਤੀ ਤੇ ਉਹਦਾ ਜੀ ਲੱਗਣੋਂ ਹਟ ਗਿਆ। ਜਿਹੜੇ ਅੰਗਰੇਜ਼ਾਂ ਨੂੰ ਕੱਢਣ ਲਈ ਸਾਰੀਆਂ ਲੜਾਈਆਂ ਹੋਈਆਂ, ਹੁਣ ਉੱਥੇ ਜਾ ਕੇ ਉਹ ਦਿਹਾੜੀ ਕਰਨ ਲਈ ਮਜਬੂਰ ਹੈ। ਪੰਜ ਪਾਣੀਆਂ ਦੀ ਧਰਤੀ, ਇਹ ਦੁਨੀਆ ਦੀ ਖੂਬਸੂਰਤ ਧਰਤੀ ਹੈ ਜਿਹੜੀ ਓਵਰਆਲ ਸਾਰੇ ਵਰਲਡ ਦੇ ਵਿੱਚ ਇਹੋ ਜਿਹੇ ਨਾ ਇੰਨੀਆਂ ਰੁੱਤਾਂ ਨਾ ਇੰਨੇ ਮੌਸਮ ਕਿਤੇ ਨਹੀਂ ਬਦਲਦੇ। ਪਰ ਫਿਰ ਇੱਥੇ ਕਮੀ ਕੀ, ਉਹਨਾਂ ਨੇ ਰੇਗਿਸਤਾਨ ਦੇ ਵਿੱਚ ਵੀ ਮੰਗਲ ਕਰ ਲਿਆ ਜਾ ਕੇ, ਤੇ ਅਸੀਂ ਆਪਣੀ ਖੂਬਸੂਰਤ ਧਰਤੀ ਜਰਖੇਜ਼ ਧਰਤੀ ਉਹ ਰੇਗਿਸਤਾਨ ਬਣ ਗਈ ਬਣਾਉਣ ਚੱਲੇ ਆ। ਤੇ ਅਮੀਰ ਜੀ ਇਹ ਸਮਝਣਾ ਪਵੇਗਾ ਕਿ ਇਹ ਹੋਇਆ ਕਿਉਂ। ਮੰਨ ਲਈ ਕਿ ਸਿਆਸੀ ਕਾਰਨ ਹੀ ਰਹੇ ਨੇ ਬਹੁਤੇ ਤੌਰ ਤੇ, ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਬਹੁਤ ਹੀ ਕੰਗਾਲੀ ਕਿਤੇ ਨਾ ਕਿਤੇ ਵੱਡਾ ਕਾਰਨ ਬਣਦੀ ਹੈ, ਪਰ ਨਾਲ ਦੀ ਨਾਲ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਇੱਕ ਭੂਮਿਕਾ ਨਿਭਾਉਣੀ ਹੁੰਦੀ ਹੈ, ਤਾਂ ਸਿਆਸਤਦਾਨਾਂ ਨੇ ਹਲੇ ਤੱਕ ਭੂਮਿਕਾ ਨਿਭਾਈ ਨਹੀਂ ਪੰਜਾਬ ਦੇ ਹੱਕ ਦੇ ਵਿੱਚ ਜਾਂ ਪੰਜਾਬ ਦੇ ਭਲੇ ਦੇ ਲਈ। ਨਹੀਂ, ਬੇਸਿਕਲੀ ਸਭ ਤੋਂ ਮੇਨ ਜ਼ਿੰਮੇਵਾਰੀ ਤਾਂ ਬਣਦੀ ਹੈ ਸਿਆਸਤਦਾਨ ਦੀ, ਕਿਉਂਕਿ ਉਹਦੇ ਕੋਲ ਫੈਸਲਾ ਕਰਨ ਦੀ ਤਾਕਤ ਹੈ। ਅਸੀਂ ਇੱਕ ਡੈਮੋਕ੍ਰੈਟਿਕ ਸੈਟਅਪ ਨੂੰ ਚੁਣਿਆ ਵੀ ਵੋਟ ਪਾਵਾਂਗੇ, ਸੂਬੇ 'ਚ ਕੇਂਦਰ 'ਚ ਆਪਣੀ ਸਰਕਾਰ ਚੁਣਾਂਗੇ। ਉਹਨਾਂ ਸਰਕਾਰਾਂ ਨੇ ਜੋ ਕਹਿ ਕੇ ਵੋਟਾਂ ਲਈਆਂ ਸਮੇਂ-ਸਮੇਂ ਤੇ, ਜੋ ਮੈਨੀਫੈਸਟੋ ਜਾਰੀ ਕੀਤੇ ਅਸੀਂ ਆਹ ਕਰ ਦਾਂਗੇ ਆਹ ਕਰ, ਉਹ ਕਿੱਥੇ ਹੈ? ਇਹਦਾ ਇੱਕ ਤਾਂ ਉਹਦੀ ਸਮਝਦਾਰੀ ਤੇ ਵੀ ਸਵਾਲ ਹੈ ਕਿ ਤੁਸੀਂ ਇਸ ਖੇਤਰ ਦੇ ਵਿੱਚ ਕਿਹੋ ਜਿਹਾ ਰਾਜ ਪ੍ਰਬੰਧ ਦੇਣਾ ਹੈ, ਇਹਦਾ ਤੁਹਾਡੇ ਕੋਲ ਕੋਈ ਨਕਸ਼ਾ ਹੀ ਨਹੀਂ ਸੀ। ਜੇ ਨਕਸ਼ਾ ਸੀਗਾ ਤਾਂ ਅਮਲ ਦੇ ਵਿੱਚ ਤੁਸੀਂ ਕਿਉਂ ਫੇਲ ਹੋਏ? ਸਭ ਤੋਂ ਬੜਾ ਦੂਜੀ ਗੱਲ ਬਿਊਰੋਕ੍ਰੇਸੀ ਦੀ ਵੀ ਹੈ, ਜਿਹਨੂੰ ਅਸੀਂ ਪਰਮਾਨੈਂਟ ਗਵਰਨਮੈਂਟ ਕਹਿੰਦੇ ਆ, ਜਿਹਨੇ ਉਸ ਪੋਲਿਟਿਕਸ ਨੂੰ ਤੋਰਨਾ ਹੁੰਦਾ। ਇਹ ਜਦੋਂ ਗੱਠਜੋੜ ਹੋ ਜਾਂਦਾ ਮਿਲ ਕੇ, ਲੋਕਾਂ ਦੀ ਬਜਾਏ ਲੋਕਾਂ ਦੇ ਹਿੱਤਾਂ ਦੀ ਬਜਾਏ ਛਕਣ ਛਕਾਉਣ ਦਾ ਕੰਮ ਹੋ ਜਾਂਦਾ, ਉਹ ਵੀ। ਤੀਜੀ ਗੱਲ, ਦੇਸ਼ ਦਾ ਤੇ ਪੰਜਾਬ ਦੇ ਬੌਧਿਕ ਤਬਕੇ ਦਾ ਵੀ ਰੋਲ ਉਹਦੇ 'ਚ ਬਹੁਤ ਬੜਾ ਹੁੰਦਾ ਹੈ। ਜਿਹੜੀ ਕੜੀ ਜੁੜਦੀ ਹੈ, ਜਿਹੜੀ ਉਹਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਲੈਂਦੀ ਹੈ ਤੇ ਉਹਨਾਂ ਨੂੰ ਉੱਥੇ ਖੜਾ ਕੇ ਰੱਖਦੀ ਹੈ ਵੀ ਭਾਈ ਇਦੋਂ ਅੱਗੇ ਨਹੀਂ ਜਾਣਾ। ਮੈਨੂੰ ਲੱਗਦਾ ਐ ਜੇ ਸਮੁੱਚੇ ਸਮਾਜ ਦੇ ਤੌਰ ਤੇ ਫੇਲ ਜਦੋਂ ਹੁੰਦਾ ਤਾਂ ਨੰਬਰ ਸਭ ਦਾ ਹੀ ਆ ਜਾਂਦਾ ਉੱਥੇ, ਆਮ ਜਨਤਾ ਤੱਕ ਗਾਹ ਤੋਂ ਗਾਹ। ਨਾਰਮਲੀ ਇਹ ਵੀ ਕਿਹਾ ਜਾਂਦਾ ਸੀ ਪੁਰਾਣੇ ਜ਼ਮਾਨੇ 'ਚ, ਜਥਾ ਰਾਜਾ ਤਥਾ ਪਰਜਾ, ਕਿ ਰਾਜਾ ਸੂਝਵਾਨ ਹੈ ਪਰਜਾ ਚੰਗੀ ਹੋਏਗੀ। ਪਰ ਜਮਹੂਰੀਅਤ 'ਚ ਉਲਟ ਵੀ ਕਿਹਾ ਜਾਂਦਾ, ਜਥਾ ਪਰਜਾ ਤਥਾ ਰਾਜਾ। ਅਗਲਾ ਕਹਿੰਦਾ ਜੇ ਤੁਸੀਂ ਹੈਗੇ ਉਹ ਜਿਹੇ ਆਗੂ ਤੁਹਾਨੂੰ ਡਿਜ਼ਰਵ ਕਰਦੇ ਹੋ ਤੁਸੀਂ, ਤੇ ਉਹ ਤੁਹਾਨੂੰ ਮਿਲ ਰਹੇ ਨੇ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਉਹ ਸੰਵਾਦ ਦਾ ਰਸਤਾ ਸੀ, ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ ਸੀ ਨਾ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਛਣੀਏ ਕੁਛ ਕਹੀਏ, ਉਹ ਖਤਮ ਹੋ ਗਿਆ। ਸੰਵਾਦ ਤੋਂ ਬਿਨਾਂ ਬੁੱਧੀ ਵਿਕਸਿਤ ਨਹੀਂ ਹੁੰਦੀ। ਇੱਕ ਬੜੀ ਅਹਿਮ ਚੀਜ਼ ਹੈ ਹਮੀਰ ਜੀ, ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਹੀਦ ਭਗਤ ਸਿੰਘ ਦਾ ਜਦੋਂ ਵੀ ਜ਼ਿਕਰ ਆਉਂਦਾ, ਜਾਂ ਸ਼ਹੀਦ ਰਾਜਗੁਰੂ ਦਾ ਜਾਂ ਸੁਖਦੇਵ ਹੋਰਾਂ ਦਾ, ਤਾਂ ਇੱਕ ਬੜੀ ਅਹਿਮ ਚੀਜ਼ ਰਹੀ ਹੈ ਕਿ ਹਾਲੇ ਤੱਕ ਵੀ ਇਹਨਾਂ ਨੂੰ ਅਸੀਂ ਸ਼ਹੀਦ ਤਾਂ ਮੰਨਦੇ ਹਾਂ, ਪਰ ਸਾਡੇ ਸੰਵਿਧਾਨ ਮੁਤਾਬਕ ਇਹ ਸ਼ਹੀਦ ਨਹੀਂ ਹੈਗੇ। ਇਸ ਨੂੰ ਲੈ ਕੇ ਵੀ ਤੁਸੀਂ ਲਗਾਤਾਰ ਚਰਚਾ ਰਿਸਰਚ ਤੁਹਾਡੀ ਚੱਲਦੀ ਰਹੀ ਹੈ ਕਿ ਸ਼ਹੀਦ ਦਾ ਦਰਜਾ ਮਿਲ ਜੂਗਾ ਕਿ ਨਹੀਂ ਮਿਲੂਗਾ। ਹੱਲੇ ਵੀ ਕਾਗਜ਼ਾਂ ਦੇ ਵਿੱਚ ਉਸੇ ਤਰੀਕੇ ਨਾਲ ਰੱਖਣਾ ਹੈਗਾ ਕਿ ਸ਼ਹੀਦ ਹੈ ਕਿ ਨਹੀਂ ਹੈ। ਵੈਸੇ ਤਾਂ ਮੈਨੂੰ ਲੱਗਦਾ ਵੀ ਟੈਕਨੀਕਲ ਇਹ ਗੱਲਾਂ ਦਾ ਕੋਈ ਮਤਲਬ ਨਹੀਂ। ਸ਼ਹੀਦ ਉਹਨਾਂ ਦਾ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਇੱਕ ਰੁਤਬਾ ਹੁੰਦਾ ਨਾ, ਉਹ ਕਿਸੇ ਤਕਨੀਕੀ ਰੁਤਬਿਆਂ ਦੀ ਮੇਰੇ ਖਿਆਲ ਹੈ ਮੁਤਾਜ ਨਹੀਂ ਹੁੰਦਾ, ਕੋਈ ਗੱਲ ਨਹੀਂ ਹੁੰਦੀ ਉਹ ਜੀ। ਪਰ ਇਹ ਸੋਚਣਾ ਇਹ ਚਾਹੀਦਾ ਹੁੰਦਾ ਕਿ ਤੁਸੀਂ ਕਿਹੜੀ ਸਟਰੀਮ ਨੂੰ ਗਲ ਨਾਲ ਲਾਉਂਦੇ ਹੋ, ਕਿਹੜੀ ਨਹੀਂ। ਉਦੋਂ ਤਾਂ ਉਸ ਸਮੇਂ ਸਾਰਿਆਂ ਨੇ ਰਲ ਕੇ ਕੁਰਬਾਨੀਆਂ ਕੀਤੀਆਂ, ਚਾਹੇ ਤੁਹਾਡੇ ਸਹਿਮਤੀ ਸੀ ਚਾਹੇ ਅਸਹਿਮਤੀ ਸੀ, ਉਹਨਾਂ ਸਾਰਿਆਂ ਨੂੰ ਇੱਕ ਕੜਾਵੇ 'ਚ ਲੈਂਦੇ ਹੋ। ਪਰ ਦੂਜੀ ਗੱਲ ਇਹ ਹੈ, ਇਦੋਂ ਵੀ ਵੱਡੀ ਗੱਲ, ਕਿ ਜਿਹੜਾ ਉਹਦਾ ਥਾਟ ਪ੍ਰੋਸੈਸ ਸੀ, ਸੋਚ ਪ੍ਰਬੰਧ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿ ਰਾਜ ਪ੍ਰਬੰਧ ਦੇ ਵਿੱਚ ਲੋਕਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ, ਲੋਕ ਆਪਣੇ ਢੰਗ ਨਾਲ ਫੈਸਲੇ ਕਰਨ। ਲੋਕਾਂ ਨੂੰ ਉਹੀ ਗੱਲਾਂ ਦੇ ਮੁੜ ਕੇ ਅੰਗਰੇਜ਼ਾਂ ਵਾਲੇ ਕਾਨੂੰਨ, ਅਸੀਂ ਤਾਂ 1935 ਦਾ ਐਕਟ ਸਾਡਾ ਅੱਧੇ ਤੋਂ ਵੱਧ ਸੰਵਿਧਾਨ ਹੈ, ਉਹੀ ਬਿਊਰੋਕ੍ਰੇਸੀ। ਕਿਤੇ ਕੋਈ ਦੁਨੀਆ 'ਚ ਇਹੋ ਜਿਹਾ ਹੈ ਕਿ ਇੱਕ ਡਿਪਟੀ ਕਮਿਸ਼ਨਰ ਤੇ ਇੱਕ ਪੁਲਿਸ ਅਫਸਰ ਤੇ ਸਾਰੇ ਜ਼ਿਲ੍ਹੇ ਦੇ ਮਾਲਕ ਹੋ ਜਾਣਗੇ ਦੁਨੀਆ ਪੱਧਰ ਤੇ? ਅਸੀਂ ਡੈਮੋਕ੍ਰੇਸੀ ਨੂੰ ਵਧਾਉਣਾ ਸੀ, ਸਗੋਂ ਡੈਮੋਕ੍ਰੇਸੀ ਅਸੀਂ ਕਰਟੇਲ ਕਰ ਰਹੇ ਹਾਂ, ਪਾਵਰ ਦੀ ਸੈਂਟਰਲਾਈਜ਼ ਕਰ ਰਹੇ ਹਾਂ। ਸੂਬਿਆਂ ਦੇ ਅਧਿਕਾਰ ਅਸੀਂ ਖੋਹ ਰਹੇ ਹਾਂ, ਪੰਚਾਇਤੀ ਰਾਜ ਜਾਂ ਹੇਠਲੇ ਲੋਕਲ ਬਾਡੀ ਦੇ ਅਧਿਕਾਰ ਅਸੀਂ ਖੋਹ ਰਹੇ ਹਾਂ, ਲੋਕਾਂ ਦੇ ਅਧਿਕਾਰ ਅਸੀਂ ਖੋਹ ਰਹੇ ਹਾਂ। ਕਦੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਹਰ ਹੀਲਾ ਵਰਤ ਰਹੇ ਹਾਂ, ਜਿਹੋ ਜਿਹਾ ਵਰਤਿਆ ਜਾਂਦਾ। ਵੈਸੇ ਸੋਚਿਆ ਸੀ ਕਦੇ ਕਿ ਸ਼ਹੀਦ ਭਗਤ ਸਿੰਘ ਹੋਣਾ ਦੇ ਵਾਰਿਸ ਨਸ਼ਿਆਂ 'ਚ ਗਲਤਾਨ ਹੋ ਜਾਣਗੇ ਜਾਂ ਵਿਦੇਸ਼ਾਂ ਦਾ ਰੁਖ ਕਰ ਜਾਣਗੇ, ਉਹਨਾਂ ਨੂੰ ਪੰਜਾਬ 'ਚ ਰਹਿਣਾ ਚੰਗਾ ਹੀ ਨਹੀਂ ਲੱਗੂਗਾ? ਕਦੇ ਸੋਚਿਆ ਸੀ ਇਦਾਂ ਦਾ ਵੀ ਵਾਕਿਆ ਬਣੇ? ਨਹੀਂ, ਸੁਪਨਾ ਤਾਂ ਉਦੋਂ ਬਹੁਤ ਸਾਰੇ ਲੋਕਾਂ ਨੇ ਲਿਆ ਸੀ ਵੀ ਹੁਣ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਮਾਡਲ ਬਣਾਂਗੇ, ਰੋਲ ਮਾਡਲ, ਲੋਕ ਇੱਥੇ ਆਉਣ। ਇੱਕ ਸਮੇਂ ਤੱਕ ਪੰਜਾਬ ਮਾਡਲ ਬਣਿਆ ਵੀ ਥੋੜਾ ਜਿਹਾ, ਕਿਉਂਕਿ ਜਦੋਂ ਯੂਪੀ ਬਿਹਾਰ ਵੱਖ-ਵੱਖ ਸੂਬਿਆਂ ਦੇ ਲੋਕ ਇੱਥੇ ਰੁਜ਼ਗਾਰ ਦੀ ਤਲਾਸ਼ ਵਿੱਚ ਆਉਂਦੇ ਸੀ। ਪਰ ਉਦੋਂ ਬਾਅਦ ਜਦੋਂ ਅਸੀਂ ਪਟੜੀ ਗਲਤ ਤੇ ਚੜ ਗਏ, ਉਹ ਪਟੜੀ ਤੋਂ ਰੁਕੀਏ ਕਿਵੇਂ? ਚਾਹੇ ਉਹ ਕਰਾਪ ਪੈਟਰਨ ਦਾ ਸਵਾਲ ਸੀ,
ਚਾਹੇ ਖੇਤੀਬਾੜੀ ਦੇ ਤੌਰ ਤਰੀਕਿਆਂ ਦਾ ਸਵਾਲ ਸੀ, ਚਾਹੇ ਓਵਰਆਲ ਮੈਨੇਜਮੈਂਟਾਂ ਦਾ ਸਵਾਲ ਸੀ, ਔਰ ਉਹਦੇ ਤੋਂ ਅਸੀਂ ਉਤਰ ਗਏ। ਪੰਜਾਬ ਦੇ ਵਿੱਚ ਜਿਹੜਾ ਇੱਕ ਗੱਲ ਚੱਲਦੀ ਸੀ ਫੈਡਰਲ ਸਟਰਕਚਰ ਦੀ, ਲੜਾਈ ਵੀ ਲੜੀ ਪੰਜਾਬੀਆਂ ਨੇ, ਪੰਜਾਬੀ ਸੂਬੇ ਦੀ ਵੀ ਲੜਾਈ ਲੜੀ, ਵੱਖ-ਵੱਖ ਤਰ੍ਹਾਂ ਦੀਆਂ ਲੜਾਈਆਂ ਲੜੀਆਂ, ਲੱਖਾਂ ਲੋਕ ਜੇਲ੍ਹਾਂ 'ਚ ਜਾਂਦੇ ਰਹੇ, ਪਰ ਜਦ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਪਾਰਟੀਆਂ ਉਹ ਛੱਡ ਗਈਆਂ ਟੋਟਲ ਏਜੰਡਾ, ਟੋਟਲ ਛੱਡ ਗਈਆਂ, ਤਾਂ ਲੋਕ ਇਕੱਲੇ ਕਿਵੇਂ ਕਰਦੇ? ਲੋਕ ਕਿਸੇ ਦੀ ਅਗਵਾਈ 'ਚ ਚੱਲਦੇ ਹੁੰਦੇ ਨੇ, ਕੋਈ ਸਟਰੀਮ ਚਾਹੀਦੀ ਹੁੰਦੀ ਹੈ। ਅੱਜ ਵੀ ਪੰਜਾਬ 'ਚ ਪੋਲੀਟੀਕਲ ਖਲਾ ਹੈ, ਬਿਲਕੁਲ ਵੈਕਿਊਮ ਹੈ, ਔਰ ਸਾਰੀਆਂ ਪਾਰਟੀਆਂ ਇੱਕੋ ਹੀ ਸੈਂਟਰਲਾਈਜ਼, UAPA ਹੋਵੇ, NIA ਹੋਵੇ, ਮਤਲਬ ਉਹ ਜਿਹੜਾ ਵੀ ਨਾਗਰਿਕ ਸੋਧ ਬਿੱਲ ਹੋਵੇ, ਜਿਹੜਾ ਮਰਜ਼ੀ ਹੋਵੇ, ਸਾਰਿਆਂ ਨੇ ਇੱਕੋ ਪੱਖ 'ਚ ਵੋਟ ਪਾਈ ਹੈ। ਤੇ ਉਹ ਤੁਸੀਂ ਜੰਮੂ ਕਸ਼ਮੀਰ ਤੋੜਤਾ, ਤੁਸੀਂ ਉਹਦੇ ਪੱਖ 'ਚ ਵੋਟ ਪਾਈ ਹੈ। ਚੈਲੰਜ ਨਹੀਂ ਰਿਹਾ ਅਸਲ 'ਚ ਉਸ ਵੱਡੇ ਪੱਧਰ ਦੇ ਉੱਤੇ। ਇਸੇ ਕਰਕੇ ਪੰਜਾਬ ਦੀ ਇਸ ਖਲਾ ਨੂੰ ਭਰਨ ਦੇ ਵਾਸਤੇ ਜਿਹੜਾ ਅੱਜ ਕੱਲ੍ਹ ਨਵਾਂ ਵਰਤਾਰਾ ਸਾਡੇ ਸਾਹਮਣੇ ਆ, ਚੱਕ ਕੇ ਮੁੰਡਿਆਂ ਨੂੰ ਮਾਰਨ ਦਾ, ਲੋਕ ਡਰ ਰਹੇ ਨੇ ਫਿਰ ਕਿ ਕਿਤੇ ਪੁਰਾਣੇ ਤਰੀਕੇ ਇਸੇ ਗੱਲ ਤੇ ਹੁਣ ਲੱਗਾ ਸੀਗਾ, ਜਿਹੜਾ ਹੁਣ ਹਾਲਾਤ ਬਣੇ ਹੋਏ ਨੇ, ਨੌਜਵਾਨ ਚੱਕੇ ਜਾ ਰਹੇ ਨੇ, ਇੰਟਰਨੈਟ ਦੀਆਂ ਸੇਵਾਵਾਂ ਬੰਦ ਹੋ ਜਾਂਦੀਆਂ ਨੇ, ਫਿਰ NSA ਵਰਗੇ ਕਾਨੂੰਨ ਦਾ ਜ਼ਿਕਰ ਆਉਂਦਾ ਦੁਬਾਰਾ, ਕਾਫੀ ਸਮੇਂ ਬਾਅਦ ਪੰਜਾਬ ਦੇ ਵਿੱਚ NSA ਦਾ ਜ਼ਿਕਰ ਆਉਂਦਾ ਦੁਬਾਰਾ, ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਇੱਕ ਲੜਾਈ, ਸੋਸ਼ਲ ਮੀਡੀਆ ਤੇ ਜੇ ਕੋਈ ਸਵਾਲ ਖੜਾ ਕਰਦਾ ਤਾਂ ਉਸ ਵਿਅਕਤੀ ਤੇ ਵੀ ਟਾਰਗੇਟ ਹੈਗਾ। ਜਾਣੀ ਕਿ ਇਹ ਨਹੀਂ ਕਿ ਅਸੀਂ ਪੰਜਾਬ ਦੀ ਗੱਲ ਕਰੀਏ, ਨੈਸ਼ਨਲ ਲੈਵਲ ਤੇ ਜਿਹੜਾ ਇੱਕ ਮੀਡੀਆ ਦੇ ਉੱਪਰ ਵੀ ਇੱਕ ਵੱਖਰੇ ਤਰੀਕੇ ਦਾ ਵਰਤਾਰਾ ਨਜ਼ਰ ਆ ਰਿਹਾ। ਇਹ ਆਜ਼ਾਦੀ ਹੁੰਦੇ ਹੋਏ ਆਜ਼ਾਦੀ ਨਾ ਹੋਣ ਵਰਗੀ ਗੱਲ ਲੱਗ ਰਹੀ ਤੁਹਾਨੂੰ? ਨਹੀਂ, ਬਿਲਕੁਲ। ਇਹ ਰੋਲਟ ਐਕਟ ਜਿਹਦਾ ਵਿਰੋਧ ਕਰਦੇ ਹੋਏ ਲਾਲਾ ਜਗਤ ਨਾਰਾਇਣ ਕਹਿੰਦੇ ਨੇ ਉਹਨਾਂ ਦਾ ਸ਼ਹੀਦੀ ਹੋਈ, ਤੇ ਜਿਹਦੇ ਬਦਲੇ ਦੇ ਤੌਰ ਤੇ ਭਗਤ ਸਿੰਘ ਹੋਣੀ ਤੇ ਬਾਕੀ ਲੋਕ ਜਾਣੇ ਜਾਂਦੇ ਨੇ ਕਿ ਵੀ ਸਾਡੇ ਬੰਦੇ ਤੇ ਅਟੈਕ ਹੋਇਆ ਤੇ ਅਸੀਂ ਗਲਤ ਕਰਾਂਗੇ। ਇਹੀ ਇੱਕ ਘਟਨਾ ਨਾ, ਬਾਕੀ ਤਾਂ ਭਗਤ ਸਿੰਘ ਨੇ ਕਿਹਾ ਵੀ ਇਹ ਤਾਂ ਬੰਬ ਸੁੱਟਿਆ ਅਸੈਂਬਲੀ 'ਚ, ਉਹਨਾਂ ਨੂੰ ਜਗਾਉਣ ਵਾਸਤੇ, ਅਸੀਂ ਕੋਈ ਲੋਕਾਂ ਨੂੰ ਮਾਰਨ ਲਈ ਨਹੀਂ ਚੱਲੇ, ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਕਰਨ ਚੱਲੇ ਆ। ਤੇ ਉਹ ਜਿਹੜਾ ਸਾਰਾ ਸੈਟਅਪ, ਉਹੀ ਰੋਲ ਟੈਕਟ ਮੀਸਾ ਦੇ ਰੂਪ ਦੇ ਵਿੱਚ, ਉਹੀ NSA ਦੇ ਰੂਪ ਦੇ ਵਿੱਚ, ਉਹੀ ਪੋਟਾ ਦੇ ਰੂਪ ਦੇ ਵਿੱਚ, ਜਵਾਪਾ ਦੇ ਰੂਪ ਦੇ ਵਿੱਚ ਅਸੀਂ ਦੁਬਾਰਾ ਰੈਪਲੀਕੇਟ ਕਰ ਰਹੇ ਹਾਂ। ਤਾਂ ਫਰਕ ਕੀ ਹੈ ਉਸ ਪਰ ਨਾਲੋਂ? ਤਾਂ ਜਾਂ ਇੱਕ ਰੱਤੀ ਪਰ ਵੀ ਉਹਨਾਂ 'ਚ ਫਰਕ ਦਿਖਾ ਦਿਓ। ਤੇ ਜੇ ਉਹੀ ਤਰੀਕਾ ਹੁਣ ਲਾਗੂ ਹੋਣਾ ਤਾਂ ਡੈਮੋਕ੍ਰੇਸੀ ਕੀ ਹੈ? ਔਰ ਈਵਨ ਜਿਹੜੀ ਪਹਿਲੀ ਸੋਧ ਹੈ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ, ਜਿਹੜੇ ਇਹ ਕਿਹਾ ਜਾਂਦਾ ਨਾ ਕਿਸੇ ਨੇ ਸੰਵਿਧਾਨ ਪਾੜਤਾ ਮੰਨ ਲਓ, ਤੇ ਜਦੋਂ ਮੁਕੱਦਮਾ ਅਦਾਲਤ ਦੇ ਵਿੱਚ ਜਾਂਦਾ ਹੈ ਤਾਂ ਅਦਾਲਤ ਜੱਜ ਇਹ ਕੀ ਕਹਿ ਰਿਹਾ ਕਿ ਇਹੀ ਸੰਵਿਧਾਨ ਜਿਹੜਾ ਪਾੜਿਆ ਉਹਨੂੰ ਇਹ ਰਾਈਟ ਦਿੰਦਾ ਕਿ ਉਹ ਉੱਥੇ ਦਾ ਨਾਗਰਿਕ ਹੈ, ਕੋਈ ਗੱਲ ਨਹੀਂ, ਇਹ ਬਹੁਤ ਬੜੀ ਚੀਜ਼ ਹੈ, ਇੰਨੇ ਨਾਲ ਇਹਨੂੰ ਕੋਈ ਫਰਕ ਨਹੀਂ ਪੈਣਾ। ਤੇ ਸਾਡੇ ਕਿਹੜਾ ਸੰਵਿਧਾਨ ਹੈ ਜਿਹੜਾ ਸਾਨੂੰ ਇਹ ਰਾਈਟ ਦਿੰਦਾ? ਸਾਡੀ ਬੋਲਣ ਦਾ ਤੁਸੀਂ ਖੋਲੋ, ਲਿਖਣ ਦਾ ਤੁਸੀਂ ਖੋਲੋ, ਆਵਾਜ਼ ਬੰਦ ਕਰ ਦਿਓ, ਲੋਕਾਂ ਦਾ ਰਾਈਟ ਟੂ ਜਿਹੜਾ ਇਨਫੋਰਮੇਸ਼ਨ ਦਾ ਰਾਈਟ ਹੁੰਦਾ, ਫੰਡਾਮੈਂਟਲ ਰਾਈਟ ਹੈ, ਉਹ ਤੁਸੀਂ ਨੈਟ ਬੰਦ ਕਰਕੇ ਖੋਲੋ, ਜੋ ਮਰਜ਼ੀ ਕਰ ਦਿਓ, ਜਿਹਦੇ ਤੇ ਮਰਜ਼ੀ ਲਾਠੀ ਚਾਰਜ, ਜਿਹਦੇ ਤੇ ਮਰਜ਼ੀ ਗੋਲੀ, ਜੋ ਮਰਜ਼ੀ ਚਲਾਉਂਦੇ ਹੋ ਜਦੋਂ। ਤਾਂ ਇਹ ਸਿਕਿਉਰਿਟੀ ਸਟੇਟ ਵੱਲ ਨੂੰ ਵੱਧ ਰਿਹਾ ਹੈ, ਪੁਲਿਸ ਰਾਜ ਵੱਲ ਨੂੰ ਵੱਧ ਰਹੀ ਹੈ ਸਟੇਟ। ਆਖਰੀ ਸਵਾਲ ਕਿ ਇਹਨਾਂ ਚੀਜ਼ਾਂ ਤੋਂ ਹੱਲ ਕੀ ਹੈਗਾ? ਫਿਰ ਪੂਰਨ ਆਜ਼ਾਦੀ ਦੀ ਪਰਿਭਾਸ਼ਾ ਕੀ ਹੈਗੀ ਹਮੀਰ ਜੀ? ਮੈਂ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਜੇ ਪੂਰਨ ਆਜ਼ਾਦੀ ਮਿਲੀ ਨਹੀਂ ਹੈਗੀ ਤਾਂ ਉਸ ਨੂੰ ਕਿਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ, ਤੇ ਨਾਲ ਦੀ ਨਾਲ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀ ਨਜ਼ਰ ਆਉਂਦਾ ਤੁਹਾਨੂੰ? ਆਜ਼ਾਦੀ ਅਸਲ 'ਚ ਮੇਰਾ ਖਿਆਲ ਹੈ ਇਹ ਇਸੇ ਗੱਲ ਨੂੰ ਕਹਿੰਦੇ ਨੇ ਕਿ ਸਭ ਤੋਂ ਬੜੀ ਗੱਲ ਤਾਂ ਇਹ ਹੈ ਕਿ ਤੁਹਾਡਾ ਅਪਰੋਚ ਕੀ ਹੈ, ਮਾਡਲ ਦੀ ਅਪਰੋਚ ਮਾਡਲ ਦੀ ਇਹ ਹੈ ਕਿ ਜੇਕਰ ਤਾਂ ਤੁਸੀਂ ਇਕਾਨਮੀ ਕੁਝ ਹੱਥਾਂ 'ਚ ਕੱਥੀ ਹੋਣ ਦਿੰਦੇ ਹੋ, ਉਹ ਲੋਕਾਂ ਦੇ ਜ਼ਿੰਦਗੀ ਜੋਗੀ ਵੰਡੀ ਨਹੀਂ ਜਾਂਦੀ, ਲੋਕਾਂ ਦੇ ਵਿੱਚ ਸਭ ਉਹਦੀ ਬਟਵਾਰਾ ਛੱਪਰ ਉੱਪਰ ਨਹੀਂ ਹੁੰਦਾ, ਤਾਬ ਨਹੀਂ ਹੁੰਦਾ। ਇਸੇ ਤਰ੍ਹਾਂ ਪੋਲੀਟੀਕਲ ਪਾਵਰ ਜੇ ਤੁਸੀਂ ਸੈਂਟਰਲਾਈਜ਼ ਰੱਖਦੇ ਹੋ, ਚਾਹੇ ਉਹ ਸੈਂਟਰ ਦੇ ਹੱਥ 'ਚ ਹੋਵੇ ਚਾਹੇ ਸਟੇਟ ਦੇ, ਇੱਕ ਤਾਂ ਡਿਮਾਰਕੇਸ਼ਨ ਹੋ ਜਾਏ ਸੈਂਟਰ ਕੋਲ ਕਿੰਨੀ ਰਹੂਗੀ, ਸਟੇਟਾਂ ਕੋਲ ਕਿੰਨੀ, ਫਿਰ ਜ਼ਿਲ੍ਹੇ 'ਚ, ਫਿਰ ਤਹਿਸੀਲ 'ਚ ਪ੍ਰਸ਼ਾਸਨਿਕ ਤਰੀਕੇ ਨਾਲ ਵੰਡੀ ਹੁੰਦੀ ਹੈ। ਇੱਕ ਲੋਕਾਂ ਸਾਹਮਣੇ ਜਵਾਬਦੇਹੀ ਦੀ ਹੁੰਦੀ ਹੈ। ਜਿਹੜੇ ਡੈਮੋਕ੍ਰੇਟਿਕ ਕੰਟਰੀ ਨੇ ਨਾ, ਉਹ ਕੀ ਕਰਦੇ ਨੇ, ਉੱਥੇ ਡਾਇਰੈਕਟ ਡੈਮੋਕ੍ਰੇਸੀ ਦੇ ਕੁਝ ਅੰਸ਼ ਨੇ, ਰਾਈਟ ਟੂ ਰੀਕਾਲ ਹੈ। ਜੇ ਤੁਸੀਂ ਹਾਂ, ਜੇ ਉਹ ਜਵਾਬ ਦੇ ਲੋਕਾਂ ਪ੍ਰਤੀ ਹੈ, ਉਹ ਕਿਸੇ ਪ੍ਰਤੀ ਨਹੀਂ ਹੈ, ਮਤਲਬ ਉਹਨੂੰ ਵਾਪਸ ਬੁਲਾਇਆ ਜਾ ਸਕਦਾ, ਹਟਾਇਆ ਜਾ ਸਕਦਾ। ਔਰ ਇਸੇ ਢੰਗ ਦੇ ਨਾਲ ਜਿਵੇਂ ਸਵਿਟਜ਼ਰਲੈਂਡ ਵਰਗੇ ਕੰਟਰੀ ਨੇ, ਜੇ 1 ਲੱਖ ਲੋਕ ਲਿਖ ਕੇ ਦਿੰਦੇ ਨੇ, ਪਾਰਲੀਮੈਂਟ ਮਜਬੂਰ ਹੈ ਉਹਦੇ ਤੇ ਕਾਨੂੰਨ ਬਣਾਉਣਾ ਹੀ ਪਊਗਾ। ਸਾਡੇ ਤੁਸੀਂ 10 ਕਰੋੜ ਦੇ ਦੋ ਦਸਤਖਤ ਕਰਕੇ ਕੌਣ ਪੌਦਾ ਨਦੀ ਦੀ ਟੋਕਰੀ ਸੁੱਟ ਦੇਣਗੇ ਵੀ ਛੱਡੋ ਜੀ ਆਪਾਂ ਕੀ ਲੈਣਾ। ਹਾਂ, ਇਸ ਕਰਕੇ ਜਿੰਨੇ ਵੀ ਮਾਮਲੇ ਹੁੰਦੇ ਨੇ ਕਿ ਤੁਹਾਡਾ ਭਾਵਨਾ ਕੀ ਹੈ ਜਮਹੂਰੀਅਤ 'ਚ। ਇੱਕ ਬੰਦੇ ਦੀ ਵੀ ਗੱਲ ਜਿੰਨਾ ਚਿਰ ਨਹੀਂ ਸੁਣੀ ਜਾਂਦੀ, ਕਹਿੰਦੇ ਜਮਹੂਰੀਅਤ ਉੱਥੋਂ ਪਰਖੀ ਜਾਂਦੀ ਹੈ ਕਿ ਘੱਟ ਗਿਣਤੀਆਂ ਨਾਲ ਕਿਹੋ ਜਿਹਾ ਵਿਵਹਾਰ ਹੋ ਰਿਹਾ ਕਿਸੇ ਦੇਸ਼ ਦੇ ਵਿੱਚ, ਉਹ ਜਮਹੂਰੀਅਤ ਦਾ ਬੁਨਿਆਦੀ ਮਾਪਦੰਡ ਹੁੰਦਾ ਪਰਖਣ ਦਾ। ਤੇ ਮੈਜੋਰਿਟੀ ਤਾਂ ਆਪਣੇ ਰਾਈਟ ਲੈ ਹੀ ਲੈਂਦੀ ਹੈ ਉਸ ਪੱਧਰ ਦੇ ਉੱਤੇ। ਹਾਲਾਂਕਿ ਸਾਡੇ ਤਾਂ ਜੇ ਮੈਜੋਰਿਟੀ ਵੀ ਕਹੋ, ਉਹ ਰਾਈਟ ਦੇ ਤੌਰ ਤੇ ਇੱਕ ਜਾਲੀ ਰਾਈਟ ਦੇ ਤੌਰ ਤੇ ਹੈ, ਤੇ ਭੁੱਖੇ ਤਾਂ ਸਭ ਤੋਂ ਜ਼ਿਆਦਾ ਮੈਜੋਰਿਟੀ ਦੇ ਲੋਕ ਮਰ ਰਹੇ ਨੇ, ਬਾਕੀ ਨੇ। ਹੱਲ ਹਮੇਸ਼ਾ ਹੀ ਇਹੀ ਹੁੰਦਾ ਕਿ ਜਿਹੜੇ ਜਦੋਂ ਉਹਦੇ ਤੇ ਥਾਟ ਪ੍ਰੋਸੈਸ ਚੱਲਦਾ ਹੈ, ਬੌਧਿਕ ਤਬਕੇ ਦਾ ਵੀ, ਤੇ ਉਹਦੇ ਨਾਲ ਦੀ ਨਾਲ ਲੋਕਾਂ ਦੀ ਜਾਗਰੂਕਤਾ ਦਾ ਲੈਵਲ।
ਜਦ ਲੋਕ ਜਾਗਰੂਕ ਹੁੰਦੇ ਨੇ, ਕਿਸਾਨ ਅੰਦੋਲਨ ਸਾਡੇ ਸਾਹਮਣੇ ਹੈ, ਤਾਂ ਵੱਡੀਆਂ ਵੱਡੀਆਂ ਸਰਕਾਰਾਂ ਨੂੰ ਵਿਦਡਰਾ ਕਰਨਾ ਪੈਂਦਾ ਹੈ। ਔਰ ਕਿਸਾਨ ਅੰਦੋਲਨ ਦਾ ਇਹ ਔਰਾ ਸੀਗਾ ਪੰਜਾਬ ਦੇ ਵਿੱਚ ਕਿ ਹਰ ਪੁਲਿਸ ਵਾਲਾ ਤੇ ਹਰ ਅਫਸਰ ਛੇਤੀ ਕੀਤੇ ਬੰਦੇ ਦੀ ਸ਼ਾਨ ਨੂੰ ਐ ਟੱਚ ਨਹੀਂ ਕਰ ਸਕਦਾ, ਪਰ ਉਸੇ ਔਰੇ ਨੂੰ ਖਤਮ ਕਰਨ ਦੇ ਲਈ ਮੁੜ ਕੇ ਹੁਣ ਦੁਬਾਰਾ ਪੁਲਿਸ ਰਾਜ ਦਾ ਇੱਕ ਐਂਗਲ ਦਿੱਤਾ ਜਾ ਰਿਹਾ ਕਿਸੇ ਹੋਰ ਤਰੀਕੇ ਨਾਲ। ਉਹ ਤਰੀਕੇ ਨਾਲ ਤਾਂ ਨਹੀਂ ਕੀਤਾ ਜਾ ਸਕਿਆ। ਔਰ ਉਹ ਲੋਕ ਜੇ ਉਹੋ ਜਿਹਾ ਹੀ ਅੰਦੋਲਨ ਪੀਸਫੁਲ ਲੋਕਾਂ ਦਾ ਇਕੱਠ, ਇੱਕ ਦਿਆਨਤਦਾਰੀ, ਭਾਈਚਾਰਕ ਸਾਂਝ, ਜੇ ਉਹ ਪੋਲੀਟਿਕਸ 'ਚ ਵੀ ਕਨਵਰਟ ਹੋ ਜੇ ਕਿ ਇੱਕ ਅਲਟਰਨੇਟਿਵ ਪੋਲੀਟਿਕਸ ਬਣੇ, ਤਾਂ ਆਟੋਮੈਟਿਕਲੀ ਇਹ ਚੀਜ਼ਾਂ ਹੱਲ ਹੋਣ ਵੱਲ ਅੱਗੇ ਵਧਣਗੀਆਂ ਕਿਸੇ ਨਾ ਕਿਸੇ ਰੂਪ 'ਚ। ਥੈਂਕ ਯੂ ਜੀ। ਇਹ ਸਨ ਹਮੀਰ ਸਿੰਘ ਜੀ, ਸੀਨੀਅਰ ਪੱਤਰਕਾਰ ਨੇ। ਤਮਾਮ ਵਿਸ਼ੇ ਤੇ ਬੜੇ ਵਿਭਾਗ ਢੰਗ ਦੇ ਨਾਲ ਕੱਲੀ ਗੱਲ ਇਹਨਾਂ ਨੇ ਸਮਝਾਈ ਹੈ ਕਿ ਹਾਲਾਤ ਕੀ ਨੇ। ਅਸੀਂ ਜਿਸ ਆਜ਼ਾਦੀ ਦੀ ਗੱਲ ਕਰਦੇ ਹਾਂ ਉਸ ਦੀ ਪਰਿਭਾਸ਼ਾ ਕੀ ਹੈਗੀ, ਕਿਸ ਤਰੀਕੇ ਨਾਲ ਇਹ ਆਜ਼ਾਦੀ ਜਿਹੜੀ ਹੈ ਇਸ ਨੂੰ ਆਪਣੇ ਹਿਸਾਬ ਦੇ ਨਾਲ ਇਸ ਦੀ ਪਰਿਭਾਸ਼ਾ ਨਹੀਂ ਬਦਲ ਲਿਆ ਗਿਆ, ਇਸ ਨੂੰ ਮੋਲਡ ਕਰ ਲਿਆ ਗਿਆ ਹੈਗਾ। ਬਹੁਤ ਸਾਰੀਆਂ ਚਿੰਤਾਵਾਂ ਨੇ, ਆਪਣੇ ਹਿਸਾਬ ਨਾਲ ਕੱਲੀ ਉਹਨਾਂ ਨੇ ਗੱਲ ਬਰੀਕ ਤਰੀਕੇ ਨਾਲ ਸਮਝਾਈ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਤੁਹਾਡੇ ਤੋਂ ਅੱਗੇ ਲੈਣੀ ਹੈ। ਬਹੁਤ ਬਹੁਤ ਧੰਨਵਾਦ।